ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਸ ਟੌਪਿਕ ਦੇ ਵਿੱਚ ਜੋ ਗੱਲ ਕਲੀਅਰ ਹੋਏਗੀ ਉਹ ਆ ਸ਼ਬਦ ਰੂਪ, ਸ਼ਬਦ ਗੁਰੂ। ਅਕਸਰ ਹੀ ਅਸੀਂ ਕਥਾਵਾਂ 'ਚ ਵੀ ਸੁਣਦੇ ਹਾਂ, ਕਥਾਵਾਚਕਾਂ ਤੋਂ, ਫਿਰ ਸਾਖੀਆਂ 'ਚ ਵੀ ਸੁਣਦੇ ਹਾਂ ਕਿ ਗੁਰੂ ਸਾਹਿਬ ਨੇ ਇੱਕ ਲਫ਼ਜ਼ ਕਹੇ ਸੀਗੇ, ਧੁਰ ਕੀ ਬਾਣੀ ਜਿਹੜੀ ਉਹਨਾਂ ਨੇ ਉਚਾਰੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸ਼ਬਦ ਗੁਰੂ, ਸ਼ਬਦ ਗੁਰੂ ਦੀ ਗੱਲ ਕੀਤੀ। ਹਾਲਾਂਕਿ ਉਹ ਉਸ ਸਮੇਂ ਦੇ ਸਿਰਮੌਰ ਗੁਰੂ ਸੀ, ਗੁਰੂਆਂ ਦੇ ਗੁਰੂ। ਅਤੇ ਗੁਰੂਆਂ ਦਾ ਗੁਰੂ ਵੀ ਜਦੋਂ ਸ਼ਬਦ ਗੁਰੂ ਦੀ ਗੱਲ ਕਰੇ ਤਾਂ ਫਿਰ ਇਸ ਕਨਸੈਪਟ ਨੂੰ ਅਸੀਂ ਕਿੱਦਾਂ ਸਮਝੀਏ, ਇਸ ਬਾਰੇ ਥੋੜ੍ਹੀ ਜਿਹੀ ਗਹਿਰਾਈ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਤਾਂ ਅਸੀਂ ਸਮਝੀਏ, ਮੈਂ ਵੀ ਸਮਝਾਂ ਨਾਲ, ਅਤੇ ਗੁਰਮਤਿ ਦੀ ਸਾਂਝ ਪਾਈਏ। ਕਦੇ ਕਦੇ ਬਹੁਤ ਜ਼ਿਆਦਾ ਸੋਚਣ 'ਤੇ ਵੀ ਗਹਿਰਾਈ ਨਹੀਂ ਮਿਲਦੀ, ਪਰ ਕਦੇ ਕਦੇ ਅਚਨਚੇਤ ਹੀ ਉਹ ਇੰਨੀ ਗਹਿਰਾਈ 'ਚ ਲੈ ਜਾਂਦਾ, ਉੱਥੋਂ ਬਾਹਰ ਨਿਕਲਣਾ ਹੀ ਮੁਸ਼ਕਿਲ ਹੋ ਜਾਂਦਾ, ਬਹੁਤ ਮੁਸ਼ਕਿਲ ਆ। ਫਿਰ ਉਸ ਗਹਿਰਾਈ 'ਚੋਂ ਜੋ ਮਿਲਦਾ, ਜੋ ਖਜ਼ਾਨਾ ਮਿਲਦਾ ਉਸ ਗਹਿਰਾਈ 'ਚੋਂ, ਉਹ ਸਾਰੀ ਜ਼ਿੰਦਗੀ ਲਈ ਛਾਪ ਛੱਡਦਾ ਹਿਰਦੇ 'ਤੇ। ਫਿਰ ਉਸ ਗਹਿਰਾਈ 'ਚੋਂ, ਉਸ ਖਜ਼ਾਨੇ ਤੋਂ ਸਬਕ ਲੈ ਕੇ ਪੂਰੀ ਜ਼ਿੰਦਗੀ ਜਿਹੜੀ ਆ ਉਹ ਉਸੇ 'ਤੇ ਆਧਾਰਿਤ ਹੋ ਜਾਂਦੀ। ਉਹਨੂੰ ਇੱਕ ਨਵਾਂ ਚਾਅ ਮਿਲ ਜਾਂਦਾ, ਇੱਕ ਟਾਰਗੇਟ ਮਿਲ ਜਾਂਦਾ। ਅਤੇ ਉਹੀ ਅੱਜ ਗੱਲ ਚੱਲ ਰਹੀ ਸੀ, ਗੱਲ ਤਾਂ ਕੋਈ ਹੋਰ ਚੱਲ ਰਹੀ ਸੀ, ਪਰ ਉਹਦਾ ਸਾਰ ਇਹ ਨਿਕਲਿਆ ਕਿ ਇਹ ਸ਼ਬਦ ਗੁਰੂ ਆ। ਦੇਖੋ, ਸ਼ਬਦ ਗੁਰੂ ਬਾਣੀ 'ਚ ਅਸੀਂ ਇੱਕ ਤੁਕ ਆਉਂਦੀ ਆ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹੁਣ ਹਰ ਦੀ ਸੇਵਾ ਕਿੱਦਾਂ ਕਰੀਏ? ਵਾਹਿਗੁਰੂ ਦੀ ਸੇਵਾ ਕਿੱਦਾਂ ਹੋ ਸਕਦੀ? ਵਾਹਿਗੁਰੂ ਦਾ ਨਾ ਆਕਾਰ ਆ, ਨਾ ਰੂਪ ਆ, ਨਾ ਰੰਗ ਆ, ਉਹਦੀ ਸੇਵਾ ਕਿੱਦਾਂ ਕਰੀਏ? ਬਹੁਤ ਸਾਰੇ ਸਵਾਲ ਨੇ, ਇਹਦੇ ਜਵਾਬ ਵੀ ਕਈ ਨੇ ਕਿ ਕਿਸੇ ਭਿਖਾਰੀ ਨੂੰ ਕੁਛ ਦੇ ਦਿਓ, ਉਹਦੀ ਹੈਲਪ ਕਰ ਦਿਓ, ਉਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਇਹ ਸਭ ਠੀਕ ਆ, ਇਹ ਸਭ ਠੀਕ ਆ, ਪਰ ਜਿਹੜੇ ਆਤਮਿਕ ਦੁਨੀਆ ਦੇ ਵਪਾਰੀ ਨੇ, ਜਿਹੜੇ ਸੱਚਮੁੱਚ ਜੁੜੇ ਨੇ, ਉਹ ਬਹੁਤ ਹੀ ਆਸਾਨੀ ਨਾਲ ਸਮਝ ਜਾਣਗੇ ਕਿ ਇਹ ਕਨਸੈਪਟ ਕਿੰਨਾ ਜ਼ਿਆਦਾ ਆਤਮਿਕ ਹੈ, ਬਹੁਤ ਜ਼ਿਆਦਾ ਆਤਮਿਕ ਆ। ਅਤੇ ਥੋੜ੍ਹਾ ਜਿਹਾ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਤੱਕ ਰਿਲੇਟ ਹੋ ਸਕੇ। ਸੋ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਸ਼ਬਦ ਗੁਰੂ ਤੱਕ ਕਿੱਦਾਂ ਪਹੁੰਚਿਆ ਜਾਵੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਆ, ਉਹਨਾਂ ਤੋਂ ਅਸੀਂ ਸਿੱਖ ਕੇ ਸ਼ਬਦ ਗੁਰੂ ਤੱਕ ਸਾਡਾ ਸਫ਼ਰ ਆ। ਜੇ ਸ਼ਬਦ ਗੁਰੂ ਨਾਲ ਆ, ਫਿਰ ਅਸੀਂ ਕਿੱਥੇ ਵੀ ਹਾਂ, ਹਮੇਸ਼ਾ ਹੀ ਗੁਰੂ ਨਾਲ ਆ ਸਾਡੇ। ਫਿਰ ਗੁਰੂ ਅੰਗ ਸੰਗ ਸਹਾਈ ਆ, ਹਿਰਦੇ 'ਚ ਸਦਾ ਹੀ ਬਿਰਾਜਮਾਨ ਆ, ਸਦਾ ਹੀ ਵਰਤ ਰਿਹਾ। ਇਹ ਸਭ ਕਿੱਦਾਂ ਹੋਊਗਾ? ਸੋ ਸ਼ੁਰੂਆਤ ਕਰਦੇ ਹਾਂ ਗੁਰੂ ਦੀ ਗੱਲ ਤੋਂ। ਗੁਰੂ ਦੇ ਨਾਲ ਰਹਿਣਾ ਹੋਵੇ ਨਾ ਪਿਆਰਿਓ, ਤੇ ਇੱਕ ਗੱਲ ਯਾਦ ਰੱਖਣੀ, ਗੁਰੂ ਨੂੰ ਕਦੇ ਵੀ ਇਹ ਪਸੰਦ ਨਹੀਂ ਆ, ਗੁਰੂ ਨੂੰ
ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਫਿਜ਼ੀਕਲੀ ਗੁਰੂ ਦੇ ਕਿੰਨਾ ਨਾਲ ਹੋ ਜਾਂ ਕਿੰਨਾ ਦੂਰ ਹੋ। ਗੁਰੂ ਲਈ ਕੋਈ ਮੈਟਰ ਨਹੀਂ ਕਰਦਾ। ਗੁਰੂ ਦੇ ਜੇ ਨਾਲ ਰਹਿਣਾ ਆ, ਜੇ ਗੁਰੂ ਦੇ ਨਾਲ ਰਹਿਣਾ ਆ, ਜੇ ਗੁਰੂ ਦੀ ਕਿਰਪਾ ਚਾਹੀਦੀ ਆ, ਤੇ ਇਹਦਾ ਸਭ ਤੋਂ ਪਹਿਲਾ ਹੁਕਮ ਆ, ਇਹਦਾ ਸਭ ਤੋਂ ਪਹਿਲਾ ਰੂਲ ਆ ਕਿ ਗੁਰੂ ਦੀ ਗੱਲ ਮੰਨ ਲਓ। ਜੇ ਗੁਰੂ ਨਾਲ ਰਹਿਣਾ ਹੈ ਤੇ ਗੁਰੂ ਦੀ ਗੱਲ ਮੰਨ ਲਓ। ਫਿਰ ਮੈਟਰ ਨਹੀਂ ਕਰਦਾ ਤੁਸੀਂ ਕਿੱਥੇ ਬੈਠੇ ਹੋ। ਤੁਸੀਂ ਗੁਰਦੁਆਰੇ 'ਚ ਹੋ, ਤੁਸੀਂ ਘਰ ਬੈਠੇ ਹੋ, ਆਫਿਸ 'ਚ ਬੈਠੇ ਹੋ, ਤੁਸੀਂ ਜਿੱਥੇ ਮਰਜ਼ੀ ਬੈਠੇ ਹੋ, ਗੁਰੂ ਦੀ ਗੱਲ ਮੰਨ ਲਓ। ਜੋ ਗੁਰੂ ਨੇ ਕਿਹਾ ਉਹ ਮੰਨ ਲਓ। ਬਸ ਉਹਦੇ ਹੁਕਮ 'ਚ ਆ ਜਾਓ। ਤੁਸੀਂ ਗੁਰੂ ਦੇ ਨਾਲ ਹੋ। ਐਗਜ਼ਾਮਪਲਾਂ ਬਹੁਤ ਨੇ, ਤੁਸੀਂ ਦੇਖੇ ਹੋਣਗੇ। ਚਲੋ ਮੈਂ ਨੈਗੇਟਿਵ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਇਸ ਗੱਲ ਨੂੰ, ਪਰ ਸੰਸਾਰ 'ਚ ਬਹੁਤ ਕੁਛ ਹੋ ਰਿਹਾ, ਤੁਸੀਂ ਸਮਝ ਰਹੇ ਹੋਵੋਗੇ। ਬਹੁਤ ਬਾਣੀ ਪੜ੍ਹਨ ਵਾਲੇ ਵੀ ਜਿਨ੍ਹਾਂ ਦੀ ਇਹ ਡਿਊਟੀ ਆ ਕਿ ਉਹਨਾਂ ਨੇ ਰੋਜ਼ ਬਾਣੀ ਪੜ੍ਹਨੀ ਆ। ਮੈਂ ਉੱਧਰ ਨੂੰ ਨਹੀਂ ਜਾਣਾ, ਤੁਸੀਂ ਬਸ ਇਸ਼ਾਰਾ ਲੈ ਲੈਣਾ। ਜਿਹੜੇ ਰੋਜ਼ ਬਾਣੀ ਪੜ੍ਹਦੇ, ਜਿਨ੍ਹਾਂ ਦਾ ਕੰਮ ਹੀ ਆ ਬਾਣੀ ਪੜ੍ਹਨਾ, ਭਾਵੇਂ ਉਹ ਆਤਮਿਕ ਲੋੜ ਲਈ ਪੜ੍ਹ ਰਹੇ ਹੋਣ ਜਾਂ ਉਹਨਾਂ ਦਾ ਕੰਮ ਹੀ ਆ ਬਾਣੀ ਪੜ੍ਹਨਾ, ਪਰ ਫਿਰ ਵੀ ਅਸੀਂ ਸੰਸਾਰ 'ਚ ਬਹੁਤ ਕੁਛ ਦੇਖਦੇ ਹਾਂ ਕਿ ਉਹਨਾਂ ਦਾ ਜੀਵਨ ਵੈਸਾ ਨਹੀਂ ਆ ਜੈਸਾ ਉਹਨਾਂ ਦਾ ਕਰਮ ਆ, ਜੈਸੀ ਉਹਨਾਂ ਦੀ ਕਿਰਤ ਆ। ਜਿੰਨੀ ਸੋਹਣੀ ਉਹਨਾਂ ਦੀ ਕਿਰਤ ਆ, ਓਨਾ ਸੋਹਣਾ ਜੀਵਨ ਨਹੀਂ ਆ। ਉਹ ਤਾਂ ਸਾਰਾ ਦਿਨ ਗੁਰੂ ਸਾਹਿਬ ਲਾਗੇ ਰਹਿ ਰਹੇ ਆ, ਹੈ ਨਾ। ਫਿਰ ਕਿਉਂ ਉਹੋ ਜਿਹਾ ਜੀਵਨ ਨਹੀਂ ਆ? ਫਿਰ ਕਿਉਂ ਉਹੋ ਜਿਹਾ ਕਿਰਦਾਰ ਨਹੀਂ ਆ? ਕਿਉਂਕਿ ਸ਼ਬਦ ਗੁਰੂ ਦਾ ਪੱਲਾ ਨਹੀਂ ਫੜਿਆ। ਜੇ ਸ਼ਬਦ ਗੁਰੂ ਦਾ ਪੱਲਾ ਫੜਿਆ ਹੁੰਦਾ ਫਿਰ ਕੀ ਹੋਣਾ ਸੀ? ਮੰਨ ਲਓ ਇੱਕ ਸਿੱਖ ਬੈਠਾ ਆ, ਚਲੋ ਆਪਾਂ ਸੈਂਟਰ ਪੁਆਇੰਟ ਬਣਾ ਲੈਂਦੇ ਹਾਂ ਦਰਬਾਰ ਸਾਹਿਬ ਨੂੰ, ਹੈ ਨਾ। ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ। ਅਸੀਂ ਸੈਂਟਰ ਪੁਆਇੰਟ ਬਣਾ ਲੈਂਦੇ ਹਾਂ ਕਿ ਇਹ ਗੁਰੂ ਆ ਜੋ ਆਪਾਂ ਕਹਿ ਲਈਏ ਜ਼ਾਹਰ ਜ਼ਹੂਰ ਆ, ਹਾਜ਼ਰ ਹਜ਼ੂਰ ਗੁਰੂ ਬੈਠਾ ਆ। ਦੇਹ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਕਹਿ ਲਈਏ ਕਿ ਜਾਗਤ ਰੂਪ ਦੇ ਵਿੱਚ ਹਾਜ਼ਰ ਹਜ਼ੂਰ ਵਾਹਿਗੁਰੂ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਹੈ ਨਾ। ਅਤੇ ਜਸਟ ਇੱਕ ਇਮੈਜਿਨ ਕਰ ਲਓ, ਅਤੇ ਉਹ ਹੈ ਵੀ ਗੁਰੂ ਹੀ। ਅਤੇ ਆਪਾਂ ਇਹ ਇਮੈਜਿਨ ਕਰ ਲਈਏ ਕਿ ਉਹ ਸਾਡਾ ਗੁਰੂ ਆ ਜੋ ਦਰਬਾਰ ਸਾਹਿਬ 'ਚ ਬੈਠਾ ਹੈ ਨਾ। ਅਤੇ ਉਹਦਾ ਸਿੱਖ ਬੈਠਾ ਹੈ ਬਹੁਤ ਦੂਰ, ਮੰਨ ਲਓ ਜਲੰਧਰ ਬੈਠਾ ਹੈ, ਲੁਧਿਆਣੇ ਬੈਠਾ ਹੈ ਨਾ। ਆਪਾਂ ਸਾਰੇ ਹੀ ਇਸ ਟਾਈਮ ਕਿੰਨੇ ਸਿੱਖ ਹੋਵਾਂਗੇ ਜਿਹੜੇ ਦਰਬਾਰ ਸਾਹਿਬ 'ਚ ਨਹੀਂ ਆ, ਅਸੀਂ ਬਾਹਰ ਬੈਠੇ ਹਾਂ, ਹੈ ਨਾ। ਫਿਰ ਉੱਥੇ ਦੋ ਘਟਨਾਵਾਂ ਚੱਲਦੀਆਂ। ਇੱਕ ਤਾਂ ਇਹ ਚੱਲਦੀ ਕਿ ਤੁਸੀਂ ਆਪਣੀ ਮਨ ਮਰਜ਼ੀ ਕਰੋ, ਗੁਰੂ ਨੂੰ ਸਮਝ ਲਿਆ ਤੁਸੀਂ, ਉਹ ਤਾਂ ਉੱਥੇ ਬੈਠਾ ਹੈ। ਫਿਰ ਉੱਥੇ ਦੋ ਘਟਨਾਵਾਂ ਚੱਲਣੀਆਂ, ਜਾਂ ਤਾਂ ਗੁਰੂ ਦੀ ਗੱਲ ਮੰਨੋਗੇ ਜਾਂ ਉਹਦੀ ਗੱਲ ਤੋਂ ਮੁਨਕਰ ਹੋਵੋਗੇ। ਤੁਸੀਂ ਕੁਛ ਵੀ ਕਰ ਰਹੇ ਹੋ ਜ਼ਿੰਦਗੀ ਦੇ ਵਿੱਚ, ਤੁਸੀਂ ਉੱਥੋਂ ਦੂਰ ਬੈਠੇ, ਦਰਬਾਰ ਸਾਹਿਬ ਤੋਂ ਦੂਰ ਬੈਠੇ ਤੁਸੀਂ ਕੁਛ ਵੀ ਕਰ ਰਹੇ ਹੋ, ਆਫਿਸ 'ਚ ਹੋ, ਬਾਹਰ ਹੋ, ਅੰਦਰ ਹੋ, ਕੁਛ ਵੀ ਕਰ ਰਹੇ ਹੋ। ਤੁਸੀਂ ਜੋ ਵੀ ਕਰ ਰਹੇ ਹੋ ਨਾ, ਜੇ ਤਾਂ ਉਹ ਗੁਰੂ ਦੀ ਗੱਲ ਦੇ ਅਨੁਸਾਰ ਕਰ ਰਹੇ ਹੋ, ਫਿਰ ਉਹਦੇ ਬਾਰੇ ਵੀ ਥੋੜ੍ਹਾ ਚਾਨਣਾ ਪਾਵਾਂਗੇ। ਅਤੇ ਜੋ ਕੰਮ ਤੁਸੀਂ ਦੁਰਮਤ 'ਚ ਕਰ ਰਹੇ ਹੋ, ਦੁਰਮਤ ਮਤਲਬ ਗੁਰਮਤ ਤੋਂ ਰਹਿਤ, ਗੁਰਮਤ ਦਾ ਦੂਜਾ ਪਾਸਾ। ਸੋ ਮੰਨ ਲਓ ਦੋ ਸਿੱਖ ਬੈਠੇ ਆ, ਇੱਕ ਸਿੱਖ ਗੁਰੂ ਦੇ ਭਾਣੇ 'ਚ ਆ, ਉਹਦੇ ਹੁਕਮ 'ਚ ਆ, ਉਹਦੇ ਕਿਰਦਾਰ 'ਚੋਂ
ਉਹਦੇ ਕਿਰਤਾਰ 'ਚੋਂ ਦਿਖ ਰਿਹਾ ਕਿ ਇਹ ਗੁਰੂ ਨਾਨਕ ਦਾ ਸਿੱਖ ਆ। ਉਹਦੇ ਕਰਮਾਂ 'ਚੋਂ ਜਿਹੜੇ ਉਹ ਕਰਮ ਰੋਜ਼ ਕਰਦਾ ਆ, ਉਹਦੀ ਇੱਕ ਇੱਕ ਚਾਲ ਤੋਂ, ਉਹਦੇ ਬੋਲਣ ਤੋਂ, ਹਰ ਇੱਕ ਚੀਜ਼ 'ਚੋਂ ਪਤਾ ਚੱਲ ਰਿਹਾ ਕਿ ਇਹ ਗੁਰੂ ਨਾਨਕ ਦਾ ਸਿੱਖ ਆ। ਭਾਵੇਂ ਉਹ ਦੂਰ ਬੈਠਾ, ਫਿਜ਼ੀਕਲੀ ਨਹੀਂ ਆ ਉਹ ਗੁਰੂ ਦੇ ਨਾਲ, ਅਤੇ ਦੂਜੇ ਪਾਸੇ ਉਹ ਸਿੱਖ ਆ ਜਿਹੜਾ ਗੁਰੂ ਦੀ ਗੱਲ ਨਹੀਂ ਮੰਨ ਰਿਹਾ, ਜਿਹੜਾ ਉਹਦੇ ਭਾਣੇ 'ਚ ਨਹੀਂ, ਜਿਹੜਾ ਉਹਦੀ ਗੱਲ ਹੀ ਨਹੀਂ ਮੰਨ ਰਿਹਾ। ਹੁਣ ਸੋਚੋ, ਉਹ ਵਾਲਾ ਇਨਸਾਨ ਜਿਹੜਾ ਗੁਰਮਤ 'ਚ ਨਹੀਂ ਆ ਅਤੇ ਸਾਰੇ ਉਹ ਕਾਰਜ ਕਰ ਰਿਹਾ ਜਿਹੜਾ ਗੁਰੂ ਨੂੰ ਪਸੰਦ ਨਹੀਂ ਆ, ਅਤੇ ਉਹਨੂੰ ਰੋਜ਼ ਮੌਕਾ ਮਿਲ ਰਿਹਾ ਦਰਬਾਰ ਸਾਹਿਬ ਜਾਣ ਦਾ, ਰੋਜ਼ ਮੌਕਾ ਮਿਲ ਰਿਹਾ। ਉਹਦੇ ਕੋਲ ਸਭ ਕੁਛ ਆ, ਪੈਸਾ ਵੀ ਆ, ਸਭ ਕੁਛ ਆ, ਉਹਦੇ ਕੋਲ ਟਾਈਮ ਵੀ ਆ, ਉਹ ਰੋਜ਼ ਜਾ ਪਾ ਰਿਹਾ ਗੁਰੂ ਘਰ, ਰੋਜ਼। ਪਰ ਕੀ ਗੁਰੂ ਉਹਦਾ ਸਵਾਗਤ ਕਰੂਗਾ? ਨਹੀਂ ਕਰੂਗਾ ਨਾ। ਉਹ ਕਹੂਗਾ ਤੂੰ ਮੇਰੀ ਗੈਰ ਹਾਜ਼ਰੀ 'ਚ, ਜਿੱਥੇ ਮੈਂ ਫਿਜ਼ੀਕਲੀ ਤੌਰ 'ਤੇ ਭਾਵੇਂ ਨਹੀਂ ਆ, ਪਰ ਉੱਥੇ ਤੂੰ ਗੁਰਮਤ 'ਚ ਨਹੀਂ ਆ, ਅਤੇ ਤੂੰ ਭਾਵੇਂ ਰੋਜ਼ ਆ ਰਿਹਾ ਮੇਰੇ ਕੋਲ। ਕੀ ਗੁਰੂ ਉਹਦਾ ਸਵਾਗਤ ਕਰੂਗਾ? ਕਦੇ ਵੀ ਨਹੀਂ ਕਰੂਗਾ। ਫਿਰ ਰੋਜ਼ ਆਉਂਦਾ ਰਹਿ, ਭਾਵੇਂ ਉੱਥੇ ਬਹਿ ਜਾ, ਤਾਬਿਆਂ ਹੀ ਬੈਠਾ ਰਹਿ, ਰੋਜ਼ ਜੋ ਮਰਜ਼ੀ ਕਰ ਗੁਰੂ ਦੇ ਲਾਗੇ ਬਹਿ ਕੇ। ਗੁਰੂ ਨੂੰ ਕਦੀ ਪਸੰਦ ਨਹੀਂ ਆਊਗਾ ਉਹ। ਕਿਉਂ? ਕਿਉਂਕਿ ਤੂੰ ਗੁਰੂ ਨੂੰ ਕਦੀ ਹਾਜ਼ਰ ਨਾਜ਼ਰ ਹਰ ਪਾਸੇ ਸਮਝਿਆ ਹੀ ਨਹੀਂ, ਤੂੰ ਕਦੀ ਜਾਣਿਆ ਹੀ ਨਹੀਂ, ਕਦੀ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਗੁਰੂ ਦੇ ਹੁਕਮ ਨੂੰ ਮੰਨਣਾ ਹੀ ਗੁਰੂ ਦੀ ਸ਼ਰਨ 'ਚ ਆਉਣਾ। ਫਿਰ ਫਿਜ਼ੀਕਲੀ ਤੂੰ ਭਾਵੇਂ ਤੁਰਿਆ ਫਿਰ ਰੋਜ਼, ਕੋਈ ਗੱਲ ਨਹੀਂ, ਉਹਦਾ ਕੀ ਅਸਰ ਹੋਊਗਾ। ਅਤੇ ਦੂਜੇ ਪਾਸੇ ਗੁਰੂ ਦਾ ਉਹ ਸਿੱਖਿਆ, ਭਾਵੇਂ ਉਹ ਘਰੋਂ ਗਰੀਬ ਆ, ਉਹਦੇ ਕੋਲ ਆਉਣ ਜਾਣ ਲਈ ਪੈਸਾ ਨਹੀਂ ਆ, ਪਰ ਉਹਦੇ ਕਿਰਦਾਰ 'ਚੋਂ ਗੁਰੂ ਝਲਕ ਰਿਹਾ, ਉਹਦੇ ਕਿਰਦਾਰ 'ਚੋਂ, ਉਹਦੇ ਇੱਕ ਇੱਕ ਕਰਮ ਤੋਂ, ਇੱਕ ਇੱਕ ਚਾਲ ਤੋਂ ਪਤਾ ਚੱਲ ਰਿਹਾ ਕਿ ਇਹ ਗੁਰੂ ਨਾਨਕ ਦਾ ਸਿੱਖ ਆ। ਫਿਰ ਕੌਣ ਹੋਇਆ ਸ਼ਬਦ ਗੁਰੂ ਦੀ ਸੰਗਤ 'ਚ? ਜੇ ਗੁਰੂ ਕਹਿ ਰਿਹਾ ਆ ਅੰਮ੍ਰਿਤ ਵੇਲੇ ਉੱਠ, ਨਾਮ ਜਪ, ਬਾਣੀ ਪੜ੍ਹ, ਕਿਰਤ ਕਰ, ਨੇਕ ਕੰਮ ਕਰ, ਹਰ ਇੱਕ ਚੀਜ਼ ਮੰਨ ਰਿਹਾ ਆ, ਹਰ ਇੱਕ ਚੀਜ਼ ਮੰਨ ਰਿਹਾ ਗੁਰੂ ਦੀ, ਧਿਆਨ ਉਹਦਾ ਹਮੇਸ਼ਾ ਹੀ ਵਾਹਿਗੁਰੂ ਵੱਲ ਆ, ਹਮੇਸ਼ਾ ਹੀ ਜਿੱਧਰ ਦੇਖਦਾ ਉਹਨੂੰ ਵਾਹਿਗੁਰੂ ਦੇ ਰੰਗ ਦਿਸਦੇ। ਜੇ ਇਹ ਅੱਖਾਂ ਕਿਸੇ ਵੱਲ ਦੇਖ ਰਹੀਆਂ ਤਾਂ ਸਿਰਫ ਇਹਨਾਂ ਅੱਖਾਂ ਰਾਹੀਂ ਜੋ ਉਹਦੇ ਅੰਦਰ ਜਾ ਰਿਹਾ, ਉਹ ਇਹੀ ਜਾ ਰਿਹਾ ਕਿ ਇਹ ਮੇਰੇ ਵਾਹਿਗੁਰੂ ਦੀ ਅੰਸ਼ ਆ। ਹੁਣ ਇਹਦਾ ਉਲਟਾ ਪਾਸਾ ਤੁਸੀਂ ਦੂਸਰੇ ਸਿੱਖ ਦਾ ਲਗਾ ਲਓ ਕਿ ਜੇ ਇਹ ਸਭ ਸੋਚ ਰਿਹਾ ਹੈ ਅਤੇ ਦੂਸਰਾ ਇਸ ਤੋਂ ਉਲਟ ਸੋਚ ਰਿਹਾ, ਤਾਂ ਉਹ ਕਿੰਨੀ ਵੱਡੀ ਦੁਰਮਤ 'ਚ ਆ ਅਤੇ ਇਹ ਕਿੰਨੀ ਵੱਡੀ ਗੁਰਮਤ 'ਚ ਆ। ਫਿਰ ਸੋਚੀਏ ਕਿ ਅਸਲੀ ਗੁਰੂ ਦੀ ਸੇਵਾ ਕੌਣ ਕਰ ਰਿਹਾ? ਦੂਸਰਾ ਬੰਦਾ ਭਾਵੇਂ ਦਰਬਾਰ ਸਾਹਿਬ ਜਾ ਕੇ ਭਾਂਡੇ ਵੀ ਮਾਂਜ ਰਿਹਾ, ਸਭ ਕੁਛ ਕਰ ਰਿਹਾ, ਪਰ ਉਹਦੇ ਕਿਰਦਾਰ 'ਚੋਂ ਗੁਰੂ ਨਹੀਂ ਝਲਕ ਰਿਹਾ, ਉਹਦੀਆਂ ਅੱਖਾਂ 'ਚੋਂ, ਉਹਦੇ ਨੇਤਰਾਂ 'ਚੋਂ, ਉਹਦੇ ਕਿਸੇ ਵੀ ਇੰਦਰੀ 'ਚੋਂ ਗੁਰੂ ਨਹੀਂ ਝਲਕ ਰਿਹਾ। ਭਾਵੇਂ ਹੱਥ ਉਹਦੇ ਸੇਵਾ ਕਰ ਰਹੇ ਨੇ ਉੱਥੇ, ਉਹ ਰੋਜ਼ ਜਾ ਪਾ ਰਿਹਾ, ਟਾਈਮ ਵੀ ਆ ਉਹਦੇ ਕੋਲ, ਸਭ ਕੁਛ ਆ, ਪਰ ਸ਼ਬਦ ਗੁਰੂ ਨਾਲ ਸੰਬੰਧ ਨਹੀਂ ਆ। ਸਾਰੇ ਕਰਮ ਕਰੀ ਜਾ ਰਿਹਾ, ਰੁਮਾਲੇ ਵੀ ਚੜਾ ਰਿਹਾ, ਅਰਦਾਸਾਂ ਵੀ ਕਰਾਈ ਜਾਂਦਾ, ਬਹੁਤ ਕੁਛ ਕਰ ਰਿਹਾ, ਪਰ ਸ਼ਬਦ ਗੁਰੂ ਦੇ ਨਾਲ ਸੰਬੰਧ ਨਹੀਂ ਹੈ। ਕਿਉਂ? ਕਿਉਂਕਿ ਗੁਰੂ ਦੀ ਗੱਲ ਨਹੀਂ ਮੰਨੀ। ਫਿਜ਼ੀਕਲੀ ਤਾਂ ਚਲਾ ਗਿਆ, ਪਰ ਗੁਰੂ ਦੀ ਗੱਲ ਨਹੀਂ ਮੰਨ ਰਿਹਾ। ਪਿਆਰਿਓ, ਭਾਵੇਂ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ
ਉਹਨਾਂ ਦੇ ਘਰ 'ਚ ਹੀ ਰਹਿੰਦੇ ਸੀ। ਫਿਰ ਵੀ ਭਾਈ ਲਹਿਣੇ 'ਤੇ ਉਹਨਾਂ ਨੂੰ ਬਹੁਤ ਪ੍ਰੇਮ ਆ ਗਿਆ, ਕਿਉਂਕਿ ਹੁਕਮ ਮੰਨਿਆ, ਭਾਣੇ 'ਚ ਰਹੇ। ਗੁਰੂ ਨੂੰ ਕੋਈ ਫਰਕ ਨਹੀਂ ਪੈਂਦਾ ਫਿਜ਼ੀਕਲੀ ਕਿੱਥੇ ਹੋ, ਫਿਜ਼ੀਕਲੀ ਉਹਦੇ ਨਾਲ ਹੋ, ਫਿਜ਼ੀਕਲੀ ਉਹਦੇ ਤੋਂ ਦੂਰ ਹੋ, ਕੋਈ ਫਰਕ ਨਹੀਂ ਪੈਂਦਾ। ਤੁਹਾਡੀ ਇੱਕ ਇੱਕ ਐਕਟੀਵਿਟੀ ਸ਼ਬਦ ਗੁਰੂ ਦੇ ਨਾਲ ਜੁੜੀ ਆ, ਇੱਕ ਇੱਕ ਐਕਟੀਵਿਟੀ, ਹਰ ਚੀਜ਼ ਸ਼ਬਦ ਗੁਰੂ ਦੇ ਨਾਲ ਜੁੜੀ ਆ। ਚਾਹੇ ਤੁਸੀਂ ਕੁਛ ਵੀ ਕਰ ਰਹੇ ਹੋ, ਚਾਹੇ ਤੁਸੀਂ ਖਾਣਾ ਖਾ ਰਹੇ ਹੋ, ਕੁਛ ਵੀ ਕਰ ਰਹੇ ਹੋ, ਜਦੋਂ ਪਲੇਟ ਅੱਗੇ ਆਉਂਦੀ ਆ ਨਾ, ਤੇ ਸੋਚਿਓ ਉਸ ਵਾਹਿਗੁਰੂ ਨੇ ਕਿੱਦਾਂ ਇਹ ਪਸਾਰਾ ਪਸਰਿਆ ਤੇ ਤੁਹਾਨੂੰ ਇਹ ਖਾਣਾ ਮਿਲਿਆ। ਜੇ ਕਿਸੇ ਨੇ ਬਣਾਇਆ ਨਾ, ਫਿਰ ਉਹ ਮਾਂ ਹੋਵੇ, ਪਤਨੀ ਹੋਵੇ, ਕੋਈ ਵੀ ਹੋਵੇ, ਬਸ ਉਹਨੂੰ ਬਣਾਉਂਦੇ ਨੂੰ ਦੇਖ ਲਿਓ ਕਿ ਤੁਹਾਡੇ ਲਈ ਤਿਆਰ ਹੋ ਰਿਹਾ, ਤੁਹਾਨੂੰ ਉਹਦੇ 'ਚੋਂ ਹੀ ਸ਼ਬਦ ਗੁਰੂ ਲੱਭ ਜਾਣਾ। ਨਜ਼ਰੀਆ ਹੀ ਐਸਾ ਬਖਸ਼ ਦੇਣਾ ਉਹਨੇ। ਪਰ ਦੂਜੇ ਪਾਸੇ ਦੂਜੀ ਰੂਹ ਆ, ਉਹ ਹੁਕਮ ਨਹੀਂ ਮੰਨ ਰਹੀ, ਭਾਵੇਂ ਗੁਰੂ ਘਰ ਜਾ ਕੇ ਪ੍ਰਸ਼ਾਦੇ ਬਣਾ ਰਹੀ ਆ, ਕੁਛ ਵੀ ਕਰ ਰਹੀ ਆ, ਪਰ ਗੁਰੂ ਦਾ ਹੁਕਮ ਨਹੀਂ ਮੰਨ ਰਹੀ। ਫਿਰ ਫਿਜ਼ੀਕਲੀ ਤਾਂ ਉਹ ਲਾਗੇ ਆ ਗੁਰੂ ਦੇ, ਪਰ ਸੱਚ ਜਾਣਿਓ ਉਹ ਲਾਗੇ ਨਹੀਂ ਆ, ਉਹ ਬਹੁਤ ਦੂਰ ਆ, ਬਹੁਤ ਦੂਰ ਆ। ਇਸੇ ਕਰਕੇ ਸ਼ਬਦ ਗੁਰੂ ਤੋਂ ਬਿਨਾਂ ਗਤੀ ਨਹੀਂ ਆ। ਤੁਸੀਂ ਗੁਰੂ ਨੂੰ ਪੜ੍ਹ ਲਓ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ ਨਾ, ਉਹਨਾਂ ਨੂੰ ਪੜ੍ਹ ਲਓ, ਉਹ ਵੀ ਸ਼ਬਦ ਗੁਰੂ ਵੱਲ ਧੱਕਣਗੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਆ ਇਹ ਸੰਸਾਰੀ ਨੇ, ਇਹਨਾਂ ਨੇ ਹੋਰ ਵੀ ਕੰਮ ਕਰਨੇ ਨੇ। ਜਦੋਂ ਤੱਕ ਗੁਰੂ ਦੀ ਗੱਲ ਨਹੀਂ ਮੰਨੀ, ਗੁਰੂ ਦੇ ਕਹਿਣੇ 'ਚ ਨਹੀਂ ਆਏ, ਜਦੋਂ ਤੱਕ ਕਿਰਦਾਰ 'ਚ ਗੁਰੂ ਨਾ ਝਲਕਿਆ, ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਲਈ ਸ਼ਬਦ ਗੁਰੂ ਦਾ ਰੋਲ ਨਹੀਂ ਅਦਾ ਕਰ ਪਾਉਣਾ। ਜਾਂ ਕਹਿ ਲਈਏ ਅਸੀਂ ਉਹ ਤੱਤ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਚੁਗ ਨਹੀਂ ਪਾਉਣਾ, ਸਿਰਫ ਪੜ੍ਹਦੇ ਹੀ ਰਹਿ ਜਾਵਾਂਗੇ। ਹੁਣ ਇੱਕ ਛੋਟੀ ਜਿਹੀ ਸਾਖੀ ਯਾਦ ਆ ਰਹੀ ਇਹਦੇ 'ਤੇ। ਆਲਰੇਡੀ ਇਹ ਗੱਲ ਕਿਸੇ ਬਹੁਤ ਹੀ ਪਿਆਰੀ ਰੂਹ ਨਾਲ ਹੋ ਚੁੱਕੀ, ਤੇ ਸੋਚਿਆ ਸਾਰਿਆਂ ਲਈ ਸਾਂਝੀ ਹੋ ਜਾਵੇ। ਸੋ ਸਾਖੀ ਇੱਦਾਂ, ਤੁਸੀਂ ਵੀ ਸੁਣੀ ਹੋਏਗੀ, ਜਿਨ੍ਹਾਂ ਨੇ ਨਹੀਂ ਸੁਣੀ ਉਹ ਵੀ ਪਿਆਰ ਨਾਲ ਸੁਣਨ, ਜਿਨ੍ਹਾਂ ਨੇ ਸੁਣੀ ਆ ਉਹ ਵੀ ਬਸ ਇੱਕ ਸੀਨ ਖਿੱਚਣ ਕਿ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਜਾ ਰਹੇ ਆ। ਕਿਸੇ ਪਿੰਡ 'ਚ ਗਏ, ਤੇ ਹੋ ਸਕਦਾ ਇਹ ਸਾਖੀ ਅੱਗੇ ਪਿੱਛੇ ਹੋ ਜਾਵੇ, ਕਿਉਂਕਿ ਮੇਰਾ ਜ਼ਿਆਦਾ ਫੋਕਸ ਹੁੰਦਾ ਨਹੀਂ, ਪਰ ਜੇ ਕੁਛ ਚੁਗਣਾ ਆ ਤਾਂ ਚੁਗ ਸਕਦੇ ਹਾਂ। ਮਾਫੀ ਜੇ ਕੁਛ ਅੱਗੇ ਪਿੱਛੇ ਹੋ ਜਾਵੇ। ਮੈਂ ਚੰਗੀ ਤਰ੍ਹਾਂ ਵੀ ਨਹੀਂ ਪੜ੍ਹੀ, ਪਰ ਜੋ ਗੁਰੂ ਨੇ ਉੱਥੋਂ ਦੇਣਾ ਸੀ ਨਾ ਉਹ ਦੇ ਦਿੱਤਾ। ਜੇ ਕੁਛ ਗਲਤੀ ਹੋ ਜਾਵੇ ਤਾਂ ਮਾਫੀ। ਗੁਰੂ ਸਾਹਿਬ ਇੱਕ ਪਿੰਡ 'ਚ ਗਏ ਨਾਲ ਭਾਈ ਮਰਦਾਨਾ ਜੀ ਨੇ, ਤੇ ਉਸ ਪਿੰਡ ਦੇ ਵਿੱਚ ਗੁਰੂ ਸਾਹਿਬ ਨੇ ਜੋ ਜੋ ਬਚਨ ਕਹੇ, ਜੋ ਜੋ ਬਚਨ ਕਹੇ, ਅੰਮ੍ਰਿਤ ਵੇਲੇ ਉੱਠਣਾ ਆ, ਨੇਕ ਕੰਮ ਕਰਨੇ ਆ, ਕਿਰਤ ਕਰਨੀ ਆ, ਮੰਦਾ ਨਹੀਂ ਬੋਲਣਾ, ਫਿੱਕਾ ਨਹੀਂ ਬੋਲਣਾ, ਆਪਣਾ ਕਿਰਦਾਰ ਉੱਚਾ ਰੱਖਣਾ ਆ। ਜੋ ਜੋ ਗੁਰੂ ਸਾਹਿਬ ਨੇ ਕਿਹਾ ਉਸ ਪਿੰਡ ਵਾਲਿਆਂ ਨੇ ਹਰ ਇੱਕ ਚੀਜ਼ ਮੰਨੀ। ਅੰਮ੍ਰਿਤ ਵੇਲਾ ਉੱਠਣ ਨੂੰ ਕਿਹਾ, ਉੱਠੇ। ਨਾਮ ਜਪਣ ਨੂੰ ਕਿਹਾ, ਨਾਮ ਜਪਿਆ। ਹਰ ਉਹ ਚੀਜ਼ ਕੀਤੀ ਜੋ ਗੁਰੂ ਸਾਹਿਬ ਨੇ ਕਹੀ, ਤੇ ਅਸਰ ਵੀ ਹੋਇਆ। ਉਹਨਾਂ ਦਾ ਜੀਵਨ ਬਦਲਿਆ। ਸੰਗਤ ਨਾਲ ਸੰਗਤ ਜੁੜਦੀ ਗਈ, ਜੁੜਦੀ ਗਈ।
ਅੰਮ੍ਰਿਤ ਵੇਲੇ ਹੁੰਦੇ ਰਹੇ, ਵਾਹਿਗੁਰੂ ਦੀ ਉਸਤਤ ਹੁੰਦੀ ਰਹੀ, ਰਵਾਬ ਛਿੜਦੀ ਰਹੀ। ਕੈਸਾ ਨਜ਼ਾਰਾ ਹੋਊਗਾ, ਸੋਚੋ ਜਰਾ। ਸਾਖੀਆਂ ਭਾਵੇਂ ਅਸੀਂ ਉਸ ਸਮੇਂ ਮੌਜੂਦ ਨਹੀਂ ਸੀ, ਪਰ ਕੁਛ ਵੀ ਸੁਣਨਾ ਨਾ, ਉਹਨੂੰ ਇੱਦਾਂ ਸੁਣਨਾ ਕਿ ਬਸ ਭਾਵੇਂ ਉੱਥੇ ਕੋਈ ਵੀ ਨਹੀਂ ਸੀ ਹੋਰ, ਪਰ ਮੈਂ ਉੱਥੇ ਸੀ। ਇੱਦਾਂ ਸੁਣਨੀ ਆ ਕਿ ਬਸ ਪਹੁੰਚ ਜਾਣਾ ਉੱਥੇ, ਤੇ ਜੇ ਪਹੁੰਚ ਗਈ ਤਾਂ ਰੂੜ ਨੇ ਲੈ ਲੈਣਾ ਕੁਛ ਨਾ ਕੁਛ। ਸੰਗਤ ਨਾਲ ਸੰਗਤ ਜੁੜਦੀ ਜਾ ਰਹੀ ਆ। ਕੀ ਮਾਹੌਲ ਹੋਊਗਾ? ਗੁਰੂ ਸਾਹਿਬ ਕੋਈ ਸ਼ਬਦ ਉਚਾਰਦੇ ਹੋਣਗੇ, ਭਾਈ ਮਰਦਾਨਾ ਜੀ ਰਵਾਫ ਵਜਾਉਂਦੇ ਹੋਣਗੇ, ਸੰਗਤ ਇਕੱਤਰ ਹੁੰਦੀ ਹੋਊਗੀ, ਅੰਮ੍ਰਿਤ ਵੇਲੇ ਕੀਰਤਨ ਹੋ ਰਿਹਾ, ਨਾਮ ਜਪ ਰਿਹਾ। ਗੁਰੂ ਆ ਉਹ। ਇੱਕ ਕੋਈ ਨਾਮ ਬਾਣੀ ਵਾਲਾ ਗੁਰਸਿੱਖ ਵੀ ਘਰ 'ਚ ਆ ਜਾਵੇ ਨਾ, ਕਿਤੇ ਸਭਾ ਬਣਾ ਕੇ ਬੈਠ ਜਾਏ, ਉਹਦੀ ਝਾਲ ਵੀ ਚੱਲੀ ਨਹੀਂ ਜਾਂਦੀ। ਉਹ ਤਾਂ ਗੁਰੂਆਂ ਦਾ ਗੁਰੂ ਆ। ਕੀ ਮਾਹੌਲ ਹੋਏਗਾ ਸੋਚੋ, ਤੇ ਕੈਸਾ ਅਸਰ ਹੁੰਦਾ ਹੋਏਗਾ। ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ, ਕਿਉਂ ਨਾ ਅਸਰ ਹੁੰਦਾ ਹੋਊਗਾ। ਤੇ ਉਹਨਾਂ ਨੇ ਹਰ ਇੱਕ ਹੁਕਮ ਗੁਰੂ ਸਾਹਿਬ ਦਾ ਸੁਣਿਆ ਮੰਨਿਆ, ਮਨ ਕੀਤਾ ਭਾਉ। ਅੰਤਰਗਤ ਤੀਰਥ ਮਲ ਨਾਓ। ਕਿਉਂ ਨਾ ਇਹ ਤੁਕ ਉਹਨਾਂ ਦੇ ਉੱਪਰ ਲੱਗ ਗਈ ਹੋਊਗੀ। ਤੇ ਜਦੋਂ ਗੁਰੂ ਸਾਹਿਬ ਨੂੰ ਅਹਿਸਾਸ ਹੋ ਗਿਆ ਕਿ ਹੁਣ ਨਹੀਂ ਇਹ ਡੋਲਦੇ, ਹੁਣ ਪੱਕੇ ਹੋ ਗਏ, ਹੁਣ ਫਸਲ ਪੱਕੀ ਹੋ ਗਈ, ਤੇ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਅਸੀਂ ਚੱਲਦੇ ਹਾਂ। ਤੇ ਉਹ ਇਕੱਠੇ ਹੋ ਗਏ। ਉਹ ਹੁਣ ਜਿਹਨੂੰ ਆਤਮਿਕ ਖੁਰਾਕ ਮਿਲਦੀ ਹੈ ਨਾ ਪਿਆਰਿਓ, ਤੇ ਉਹ ਜਦੋਂ ਫਿਰ ਰੁਕਣ ਲੱਗਦੀ ਆ, ਤੇ ਫਿਰ ਜ਼ਮੀਨ ਹਿਲਦੀ ਹੈ ਪੈਰਾਂ ਥੱਲਿਓਂ ਕਿ ਨਹੀਂ, ਇੱਥੋਂ ਤੇ ਮੇਰੇ ਰੂਹ ਦੀ ਖੁਰਾਕ ਸੀ, ਇਹ ਤੇ ਮੇਰਾ ਸੋਮਾ ਸੀ, ਮੇਰਾ ਸੋਮਾ ਚੱਲਿਆ ਆ। ਸੋਚੋ ਕੀ ਮਾਹੌਲ ਹੋਊਗਾ। ਤੇ ਉਹਨਾਂ ਨੇ ਫਰਿਆਦ ਕੀਤੀ ਵੀ ਗੁਰੂ ਸਾਹਿਬ, ਤੁਸੀਂ ਸਾਨੂੰ ਇੰਨੇ ਸੋਹਣੇ ਪਾਸੇ, ਇੰਨੇ ਸੋਹਣੇ ਰੰਗ ਦਿਖਾ ਕੇ ਤੁਸੀਂ ਚੱਲੇ ਹੋ। ਤੇ ਗੁਰੂ ਸਾਹਿਬ ਕਹਿੰਦੇ ਵੀ ਨਹੀਂ, ਸ਼ਬਦ ਗੁਰੂ ਸਮਝਾਉਣਾ ਸੀ ਨਾ। ਤੇ ਕਹਿੰਦੇ ਮੈਂ ਤੇ ਚੱਲਿਆ ਆ, ਤੁਸੀਂ ਵੀ ਚੱਲੋ, ਨਿਕਲੋ ਇੱਥੋਂ, ਉੱਜੜ ਜਾਓ ਇੱਥੋਂ। ਤੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਕਿ ਗੁਰੂ ਸਾਹਿਬ ਜੀਓ, ਇੰਨੀਆਂ ਪਿਆਰੀਆਂ ਰੂਹਾਂ, ਇੰਨੀਆਂ ਰੰਗੀਆਂ ਹੋਈਆਂ ਰੂਹਾਂ ਤੁਹਾਡਾ ਹਰ ਹੁਕਮ ਮੰਨਦੀਆਂ, ਜੋ ਕਹਿੰਦੇ ਕਰਦੀਆਂ ਰਹੀਆਂ, ਸੇਵਾ ਭਾਵ ਅਥਾਹ ਪ੍ਰੇਮ ਉਹਨਾਂ ਦੇ ਵਿੱਚ ਵਰਤਿਆ, ਤੁਹਾਡੇ ਰਾਹੀਂ ਵਰਤਿਆ, ਕਿੰਨਾ ਨਾਮ ਜਪਣ ਲੱਗ ਗਈਆਂ ਨੇ। ਤੇ ਪਿਆਰੇ ਜੀ ਤੁਸੀਂ ਉਹਨਾਂ ਨੂੰ ਉੱਜੜ ਜਾਓ ਕਹਿ ਰਹੇ ਹੋ। ਤੇ ਗੁਰੂ ਸਾਹਿਬ ਚੁੱਪ ਰਹੇ ਤੇ ਉੱਥੋਂ ਨਿਕਲੇ ਤੇ ਫਿਰ ਅਗਲੇ ਪਿੰਡ 'ਚ ਗਏ। ਤੁਸੀਂ ਰਿਲੇਟ ਕਰਿਓ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ, ਬਸ ਇਹ ਉੱਥੇ ਹੀ ਪਹੁੰਚ ਰਹੀ ਹੈ ਲੜੀ। ਦੂਸਰੇ ਪਿੰਡ 'ਚ ਗਏ ਤਾਂ ਉਹਨਾਂ ਨੇ ਗੁਰੂ ਸਾਹਿਬ ਦੀ ਕੋਈ ਗੱਲ ਨਹੀਂ ਮੰਨੀ। ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਕਿ ਗੁਰੂਆਂ ਦਾ ਗੁਰੂ ਉਹਨਾਂ ਦੇ ਕੋਲ ਆਇਆ ਆ, ਰਾਗਾਂ ਦਾ ਧਨੀ, ਨਾਮ ਦਾ ਧਨੀ, ਹਰ ਚੀਜ਼ ਦੇ ਵਿੱਚ ਪੂਰਾ ਗੁਰੂ, ਸਤਿਗੁਰੂ ਉਹਨਾਂ ਦੇ ਕੋਲ ਆ। ਖਜ਼ਾਨਾ ਉਹਨਾਂ ਦੇ ਕੋਲ ਆਪ ਚੱਲ ਕੇ ਆ ਗਿਆ। ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹਨਾਂ ਕੋਲ। ਉੱਪਰੋਂ ਤਰਕ ਕਰ ਰਹੇ ਆ,
ਗੁਰੂ ਦੇ ਉੱਪਰ ਤਰਕ ਕਰ ਰਿਹਾ। ਤੇ ਗੱਲ ਉੱਥੇ ਆ ਜਾਂਦੀ, ਸਾਚਾ ਸਤਿਗੁਰ ਕਿਆ ਕਰੇ, ਜੇ ਸਿੱਖਾਂ ਮੈਂ ਚੂਕ ਉਹ ਕੀ ਕਰੇ ਫਿਰ, ਹੈ ਨਾ। ਤੇ ਗੁਰੂ ਸਾਹਿਬ ਲੱਗੇ ਵਾਪਸ ਆਉਣ, ਤੇ ਭਾਈ ਮਰਦਾਨਾ ਜੀ ਦੇਖ ਰਹੇ ਕਿ ਹੁਣ ਗੁਰੂ ਸਾਹਿਬ ਕੀ ਕਹਿਣਗੇ। ਤੇ ਗੁਰੂ ਸਾਹਿਬ ਕਹਿੰਦੇ ਵਸਦੇ ਰਹੋ। ਤੇ ਭਾਈ ਮਰਦਾਨਾ ਜੀ ਕਹਿੰਦੇ ਹੁਣ ਮੈਨੂੰ ਸਮਝ ਆ ਗਈ, ਤੁਸੀਂ ਉਹਨਾਂ ਨੂੰ ਕਿਉਂ ਕਿਹਾ ਉੱਜੜ ਜਾਓ ਤੇ ਇਹਨਾਂ ਨੂੰ ਕਿਉਂ ਕਿਹਾ ਵਸਦੇ ਰਹੋ। ਉਹਨਾਂ ਨੂੰ ਉੱਜੜ ਜਾਓ ਇਸ ਲਈ ਕਿਹਾ ਕਿ ਤੁਹਾਡੇ ਅੰਦਰ ਹੁਣ ਵਾਹਿਗੁਰੂ ਆਪ ਵਰਤ ਰਿਹਾ ਆ, ਤੁਹਾਡੇ ਅੰਦਰ ਗੁਰਮਤ ਆਪ ਵਰਤ ਰਹੀ ਆ। ਭਾਵੇਂ ਮੈਂ ਤੁਹਾਡੇ ਲਾਗੇ ਰਵਾਂ ਨਾ ਰਵਾਂ, ਤੁਹਾਡੇ ਕਿਰਦਾਰ 'ਚੋਂ ਗੁਰੂ ਨਾਨਕ ਦਿਖੂਗਾ, ਤੁਹਾਡੇ ਕਿਰਦਾਰ 'ਚੋਂ ਵਾਹਿਗੁਰੂ ਦਿਖੂਗਾ। ਤੁਹਾਡਾ ਅੰਮ੍ਰਿਤ ਵੇਲੇ ਉੱਠਣਾ, ਤੁਹਾਡਾ ਬਾਣੀ ਨੂੰ ਗਾਉਣਾ, ਤੁਹਾਡਾ ਨੇਕ ਕੰਮ ਕਰਨਾ, ਹਰ ਇੱਕ ਚੀਜ਼ 'ਚੋਂ ਵਾਹਿਗੁਰੂ ਦਿਖੂਗਾ। ਤੁਸੀਂ ਕਿਸੇ ਵੀ ਸੰਗਤ 'ਚ ਚਲੇ ਜਾਓ, ਤੁਸੀਂ ਹੋਰਾਂ ਨੂੰ ਵੀ ਜੋੜੋਗੇ, ਤੁਸੀਂ ਹੋਰਾਂ ਨੂੰ ਵੀ ਸ਼ਬਦ ਰੂਪ ਸੰਗਤ 'ਚ ਲੈ ਕੇ ਆਓਗੇ, ਹੋਰਾਂ ਦਾ ਵੀ ਭਲਾ ਕਰੋਗੇ। ਇਸ ਲਈ ਤੁਸੀਂ ਕਿਹਾ ਸੀ ਉੱਜੜ ਜਾਓ, ਤੇ ਇਹਨਾਂ ਨੂੰ ਵਸਦੇ ਰਹੋ ਇਸ ਲਈ ਕਿਹਾ ਸੀਗਾ ਕਿ ਤੁਸੀਂ ਲਾਇਕ ਨਹੀਂ ਹੋ, ਇੱਥੇ ਹੀ ਰਹੋ। ਤੁਸੀਂ ਜਿਵੇਂ ਦੇ ਹੋ ਰਹੋ, ਇੱਥੇ ਰਹੋ, ਵਸੇ ਰਹੋ ਇੱਥੇ ਹੀ। ਪਿਆਰਿਓ, ਇਹਦੇ ਵਿੱਚ ਵੀ ਸ਼ਬਦ ਗੁਰੂ ਦੀ ਗੱਲ ਸੀ। ਫਿਰ ਉੱਥੇ ਗੱਲ ਆ ਗਈ, ਜਿਹੜਾ ਸਾਰਾ ਦਿਨ ਜਿਹਦਾ ਕੰਮ ਹੀ ਇਹੋ ਆ, ਗੁਰੂ ਲਾਗੇ ਬੈਠਾ ਹੈ, ਪਰ ਫਿਰ ਵੀ ਅੰਦਰ ਉਹ ਚੀਜ਼ ਨਹੀਂ ਹੈ। ਪਰ ਇੱਕ ਉਹ ਆ ਜਿਹਦੇ ਕਿਰਦਾਰ 'ਚ ਵੀ ਗੁਰੂ ਆ, ਉਹ ਫਿਰ ਕਿਤੇ ਵੀ ਆ, ਭਾਵੇਂ ਉਹਦੇ ਕੋਲੋਂ 6-6 ਮਹੀਨੇ ਨਹੀਂ ਜਾਇਆ ਜਾਂਦਾ ਗੁਰਦੁਆਰੇ, ਪਰ ਉਹਦੇ ਵੱਲ ਦੇਖ ਕੇ ਲੱਗਦਾ ਕਿ ਇਹ ਮੇਰੇ ਗੁਰੂ ਨਾਨਕ ਦਾ ਸਿੱਖ ਆ। ਤੇ ਸੋਚੋ, ਗੁਰੂ ਤਾਂ ਹਰ ਪਲ ਹੀ ਉਹਦਾ ਸਵਾਗਤ ਕਰਦਾ ਹੈ, ਫਿਰ ਹਰ ਪਲ ਹੀ ਉਹਦੇ ਨਾਲ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫਿਰ ਸਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।